ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਾਸ ਅਪਡੇਟ ਦਾ ਇਹ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਜਿਸ ਦੇ ਵਿੱਚ ਵੱਡੀਆਂ ਖਬਰਾਂ ਦਾ ਖਾਸ ਕਪੜਛਣ ਕਰਦੇ ਹਾਂ। ਤੇ ਅੱਜ ਵੀ ਕਪੜਛਣ ਕਰਾਂਗੇ ਪੰਜਾਬ ਦੇ ਨਾਲ ਜੁੜੇ ਹੋਏ ਵੱਡੇ ਮਸਲਿਆਂ ਦਾ। ਸੁਰਿੰਦਰ ਡੱਲਾ ਜੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਇੱਕ ਇੱਕ ਕਰਕੇ ਸਵਾਲਾਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਉੱਤੇ ਚਰਚਾ ਕਰਾਂਗੇ ਜੋ KMP ਦੇ ਉੱਤੇ ਕਿਸਾਨਾਂ ਦੇ ਵੱਲੋਂ ਬੀਤੇ ਦਿਨੀ 5 ਘੰਟੇ ਦਾ ਬੰਦ ਕੀਤਾ ਗਿਆ, ਉਸ ਦੀ ਸਫਲਤਾ ਤੋਂ ਬਾਅਦ ਹੁਣ 9 ਤਰੀਕ ਨੂੰ ਵੱਡੇ ਐਲਾਨ ਕਰਨ ਦੀ ਗੱਲ ਵੀ ਕਿਸਾਨ ਆਗੂ ਕਹਿ ਚੁੱਕੇ ਨੇ। ਕਿਹੋ ਜਿਹੇ ਐਲਾਨ ਹੋ ਸਕਦੇ ਨੇ ਤੇ ਕੀ ਕੁਝ ਨਵਾਂ ਕਿਸਾਨ ਅੰਦੋਲਨ ਦੇ ਵਿੱਚ ਵੇਖਿਆ ਜਾ ਸਕਦਾ ਹੈ? ਕਿ ਆਖਰਕਾਰ ਇਸ ਅੰਦੋਲਨ ਦੇ ਬੀਤੇ ਦਿਨ ਦੇ ਜੋ ਕੁਝ ਹੋਇਆ ਉਸ ਦੀ ਸਫਲਤਾ ਤੋਂ ਬਾਅਦ ਸਰਕਾਰ ਮੀਟਿੰਗਾਂ ਦੇ ਲਈ ਤਿਆਰ ਹੋ ਸਕਦੀ ਹੈ? ਇਸ ਦੇ ਉੱਤੇ ਵੀ ਚਰਚਾ ਕਰਾਂਗੇ। ਉਧਰ ਪੰਜਾਬ ਦੇ 2 ਹਿੱਸਿਆਂ ਦੇ ਵਿੱਚ ਨਾਈਟ ਕਰਫਿਊ ਦਾ ਐਲਾਨ ਹੋ ਚੁੱਕਿਆ ਹੈ ਤੇ ਅੱਜ ਜਿਹੜਾ ਬੀਤੀ ਰਾਤ ਤੋਂ ਉਸ ਨੂੰ ਪ੍ਰਭਾਵ ਦੇ ਵਿੱਚ ਵੀ ਲਿਆਂਦਾ ਗਿਆ। ਕਿਹੜੇ-ਕਿਹੜੇ ਇਲਾਕੇ ਨੇ ਤੇ ਆਖਿਰਕਾਰ ਪੰਜਾਬ ਦੇ ਵਿੱਚ ਮੌਜੂਦਾ ਸਮੇਂ 'ਚ ਮਹਾਮਾਰੀ ਦੇ ਕਿਹੋ ਜਿਹੇ ਆંકੜੇ ਸਾਹਮਣੇ ਆ ਰਹੇ ਨੇ, ਕਿਹੋ ਜਿਹਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਉਧਰ ਸਾਧਵੀ ਪ੍ਰਗਿਆ ਠਾਕੁਰ ਦੀ ਤਬੀਅਤ ਖਰਾਬ ਹੈ ਤੇ ਉਸ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਉਸ ਦੇ ਪਿੱਛੇ ਕੀ ਕਾਰਨ ਨੇ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। FCI ਦੇ ਵੱਡੇ ਫੈਸਲੇ ਨੇ, ਵੱਡੇ ਫਰਮਾਨ FCI ਦੇ ਵੱਲੋਂ ਆਏ ਨੇ, ਜਿਸ ਨੂੰ ਲੈ ਕੇ ਆੜ੍ਹਤੀਆਂ ਦੇ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਕੁਝ ਨਵਾਂ ਕੇਂਦਰ ਸਰਕਾਰ ਲਿਆਉਣ ਚਾਹ ਰਹੀ ਹੈ ਕਿਸਾਨਾਂ ਦੇ ਲਈ। ਡੱਲਾ ਜੀ, ਸਭ ਤੋਂ ਪਹਿਲਾਂ ਤਾਂ ਕਿਸਾਨ ਅੰਦੋਲਨ ਦੇ ਤਹਿਤ ਜੋ ਬੀਤੇ ਦਿਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਉਹਨਾਂ ਨੂੰ ਕਿੱਦਾਂ ਵੇਖ ਰਹੇ ਹੋ? ਦੇਖੋ, ਕੱਲ ਦਾ ਜਿਹੜਾ ਕਿਸਾਨਾਂ ਦਾ ਜਾਮ ਸੀ KMP, ਸੋ ਇਹ ਬਹੁਤ ਪ੍ਰਭਾਵੀ ਰਿਹਾ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉੱਥੇ ਪੁੱਜੇ। ਰੱਬ ਨੇ ਸੁੱਖ ਰੱਖਿਆ, ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ, ਕਿਤੇ ਵੀ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਕੋਈ ਟਕਰਾਅ ਨਹੀਂ ਹੋਇਆ, ਕੋਈ ਤਕਰਾਰ ਨਹੀਂ ਹੋਈ। ਇਹ ਗੱਲ ਬੜੀ ਜ਼ਰੂਰੀ ਸੀ। ਹਾਲਾਂਕਿ ਲੋਕਾਂ ਨੂੰ ਦਿੱਕਤ ਜ਼ਰੂਰ ਹੋਈ, ਪਰ ਬਹੁਤ ਸਾਰੇ ਕਿਸਾਨ ਸੰਗਠਨਾਂ ਨੇ, ਕਿਸਾਨਾਂ ਨੇ ਹੱਥ ਜੋੜ ਕੇ ਉਹਨਾਂ ਤੋਂ ਮੁਆਫੀ ਵੀ ਮੰਗੀ ਹੈ ਕਿ ਸਾਡੀ ਮਜਬੂਰੀ ਸੀ, ਸਰਕਾਰ ਨਾਲ ਸਾਡਾ ਸੰਘਰਸ਼ ਚੱਲ ਰਿਹਾ ਹੈ। ਬਹੁਤ ਵੱਡੇ ਜਿਹੜੇ KMP ਜਿਹੜੇ ਰੋਡ ਨੇ, ਇਹ ਦਿੱਲੀ ਦੇ ਬਾਹਰ ਜਿਹੜੇ ਰਸਤੇ ਨੇ, ਬਹੁਤ ਵੱਡੀ ਟ੍ਰੈਫਿਕ ਹੈ ਜਿਹੜੀ ਇਹਨਾਂ ਦੀ ਵਰਤੋਂ ਕਰਦੀ ਹੈ। ਔਰ ਕਿਸਾਨਾਂ ਨੇ ਪੂਰੇ ਪੰਜਾਬ 'ਚ, ਦੇਸ਼ 'ਚ ਵੱਖ-ਵੱਖ ਕਿਸਾਨ ਸੰਗਠਨਾਂ ਨੂੰ ਕਿਹਾ ਸੀ ਕਿ ਅਸੀਂ ਕਾਲੀਆਂ ਝੰਡੀਆਂ ਲਾ ਕੇ ਰੋਸ ਪ੍ਰਦਰਸ਼ਨ ਕਰਨਾ ਹੈ। ਪੰਜਾਬ 'ਚ ਵੀ ਵੱਖ-ਵੱਖ ਥਾਵਾਂ ਤੋਂ ਰਿਪੋਰਟਾਂ ਨੇ ਗਗਨ, ਦੇਸ਼ ਦੇ ਕਈ ਹਿੱਸਿਆਂ 'ਚ ਕਿਸਾਨਾਂ ਨੇ ਕਾਲੀਆਂ ਪੱਟੀਆਂ ਬੰਨੀਆਂ, ਕਾਲੇ ਝੰਡੇ ਲਹਿਰਾਏ ਔਰ ਉਹਨਾਂ ਨੇ ਆਪਣੀ ਏਕਤਾ ਦਾ ਸਬੂਤ ਦਿੱਤਾ ਔਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀਆਂ ਗੱਲਾਂ ਨੂੰ ਗੰਭੀਰਤਾ ਦੇ ਨਾਲ ਸੁਣਿਆ ਜਾਵੇ। ਦੇਖੋ, ਕਿਸਾਨ ਅੰਦੋਲਨ ਦੇ ਵੀ ਕੱਲ੍ਹ 100 ਦਿਨ ਪੂਰੇ ਹੋ ਗਏ, ਅੱਜ 101ਵਾਂ ਦਿਨ ਹੈ। ਔਰ ਕੱਲ੍ਹ ਦੇ ਧਰਨੇ ਤੋਂ ਬਾਅਦ, ਕਿਸਾਨਾਂ ਦੇ ਜਾਮ ਤੋਂ ਬਾਅਦ ਇਹ ਜ਼ਰੂਰ ਮਹਿਸੂਸ ਹੋਇਆ ਕਿ ਬਹੁਤ ਸਾਰੇ ਲੋਕ ਜਿਹੜੇ ਕਹਿ ਰਹੇ ਸੀ ਕਿ ਕਿਸਾਨ ਅੰਦੋਲਨ ਬਹੁਤ ਕਮਜ਼ੋਰ ਪੈ ਗਿਆ। ਦੇਖੋ, ਫਰਕ ਤਾਂ ਪਿਆ ਕਿਸਾਨ ਅੰਦੋਲਨ ਦੇ ਪ੍ਰਤੀ ਲੋਕਾਂ ਦੇ ਰੁਝਾਨ ਨੂੰ, ਰਵੱਈਏ ਨੂੰ, ਉਤਸ਼ਾਹ ਨੂੰ। ਪਰ ਇਹ ਕਹਿ ਦਿੱਤਾ ਜਾਵੇ ਕਿ ਨਹੀਂ, ਕਿਸਾਨ ਇਕੱਲੇ ਰਹਿ ਗਏ, ਅਜਿਹਾ ਨਹੀਂ ਹੈ। ਬਹੁਤ ਵੱਡਾ ਕਿਸਾਨ ਅੰਦੋਲਨ ਹੈ ਹਲੇ ਵੀ, ਔਰ ਬਹੁਤ ਵੱਡਾ ਜਨ ਸਮਰਥਨ ਇਸ ਕਿਸਾਨ ਅੰਦੋਲਨ ਨੂੰ ਵੀ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਸ਼ ਦੇ ਹਰ ਖਿੱਤੇ ਦੇ ਲੋਕ ਨੇ ਜਿਹੜੇ, ਉਹ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਬੜੀ ਚੰਗੀ ਤਰ੍ਹਾਂ ਵਾਕਿਫ ਹੋ ਰਹੇ ਨੇ ਗਗਨ। ਔਰ ਇਹੋ ਕਾਰਨ ਹੈ ਕਿ ਪੋਲੀਟੀਕਲ ਤੌਰ 'ਤੇ ਪੋਲੀਟੀਕਲ ਪਾਰਟੀਆਂ ਨੂੰ ਕਾਫੀ ਹੁਣ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਲੋਕ ਜਿਵੇਂ ਜਾਗਰੂਕ ਹੋਣਗੇ, ਉਵੇਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਆਪਣੀ ਮਨਮਰਜ਼ੀ ਦੇ ਨਾਲ ਕਿਸਾਨਾਂ ਦੀ ਵੋਟ ਹਾਸਲ ਨਹੀਂ ਕਰ ਸਕਣਗੀਆਂ, ਆਮ ਲੋਕਾਂ ਦੀ ਵੋਟ ਹਾਸਲ ਨਹੀਂ ਕਰ ਸਕਣਗੀਆਂ। ਔਰ ਮੈਂ ਦੇਖ ਰਿਹਾ ਸੀ ਪੱਛਮੀ ਬੰਗਾਲ ਦੇ ਵਿੱਚ ਵੀ ਜਿਹੜੀ ਰੈਲੀ ਹੋਈ ਕਿਸਾਨਾਂ ਦੀ, ਇੱਕ ਕਿਸਾਨ ਲੀਡਰ ਪੱਛਮੀ ਬੰਗਾਲ 'ਚ ਗਿਆ ਸੀ, ਬਾਜ਼ਾਰ ਦੇ ਵਿਚਾਲੇ ਰੈਲੀ ਸੀ ਗਗਨ, ਉਹਦੇ ਵਿੱਚ ਵੀ ਬਹੁਤ ਵੱਡਾ ਰਸ਼ ਸੀ। ਹੁਣ ਇਹ ਨਹੀਂ ਕਹਿ ਸਕਦੇ ਕਿ ਕਿਸਾਨ ਅੰਦੋਲਨ ਨੂੰ ਸਿਰਫ ਕਿਸਾਨ ਸਮਝ ਰਹੇ ਨੇ ਜਾਂ ਕਿਸਾਨੀ ਨਾਲ ਜੁੜੇ ਲੋਕ ਕਿਸਾਨ ਅੰਦੋਲਨ ਨੂੰ ਸਮਝ ਰਹੇ ਨੇ। ਹੁਣ ਹਰ ਖਿੱਤੇ, ਹਰ ਵਰਗ ਦੇ ਲੋਕ ਨੇ ਜਿਹੜੇ, ਉਹ ਕਿਸਾਨ ਅੰਦੋਲਨ ਦੀ ਅਹਿਮੀਅਤ ਨੂੰ ਸਮਝ ਰਹੇ ਨੇ ਕਿ ਕਿਸਾਨਾਂ ਦੀਆਂ ਮੰਗਾਂ ਕੀ ਨੇ। ਦੇਖੋ, ਸਰਕਾਰ ਨਾਲ ਜਿਹੜਾ ਟਾਕਰਾ ਹੈ ਕਿਸਾਨਾਂ ਦਾ, ਮਤਭੇਦ ਹੈ ਕਿਸਾਨਾਂ ਦਾ, ਉਹ ਹੈ, ਪਰ ਆਮ ਲੋਕ ਵੀ ਹੁਣ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਦੇ ਪ੍ਰਤੀ ਸੁਹਿਰਦ ਹੋ ਰਹੇ ਨੇ, ਸਮਝਦਾਰ ਹੋ ਰਹੇ ਨੇ। ਸੋ ਇਹ ਕਿਸਾਨ ਅੰਦੋਲਨ ਹੈ ਜਿਹੜਾ, ਮੈਂ ਇਹ ਕਹੂੰਗਾ ਕਿ ਕੱਲ੍ਹ ਦਾ ਜਿਹੜਾ ਪ੍ਰਦਰਸ਼ਨ ਸੀ, ਉਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਵਿੱਚ ਇੱਕ ਫੇਰ ਨਵਾਂ ਟੌਨਿਕ ਕਿਸਾਨ ਅੰਦੋਲਨ ਨੂੰ ਮਿਲਿਆ। ਔਰ ਹੁਣ 9 ਤਰੀਕ ਨੂੰ ਉਹਨਾਂ ਨੇ ਫੇਰ ਵੱਡੇ ਐਲਾਨ ਕਰਨੇ ਨੇ। ਹਾਲਾਂਕਿ ਮੈਨੂੰ ਪਤਾ ਤਾਂ ਨਹੀਂ ਹੈ ਕਿ 9 ਤਰੀਕ ਨੂੰ ਕਿਸਾਨ ਕਿਹੜੇ ਐਲਾਨ ਕਰਨਗੇ, ਪਰ ਇਹ ਮੰਨ ਸਕਦੇ ਹਾਂ ਕਿ ਕਿਸਾਨਾਂ ਦੀ ਜਿਹੜੀ ਪੂਰੀ ਤਾਕਤ ਹੈ ਹੁਣ ਇਸ ਕਿਸਾਨ ਅੰਦੋਲਨ ਨੂੰ ਹੋਰ ਤਕੜਾ ਕਰਨ ਦੀ ਹੈ। ਔਰ ਦੂਜੇ ਪਾਸੇ ਗਗਨ, ਕਮੀਆਂ ਵੀ ਬਹੁਤ ਨੇ। ਦੇਖੋ, ਮੈਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀ ਗੱਲ ਕਰਦਾ। ਸ਼ੁਰੂ 'ਚ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਕਿਸਾਨਾਂ ਦਾ ਸਵਾਗਤ ਕਰਾਂਗੇ, ਅਸੀਂ ਕਿਸਾਨਾਂ ਦੇ ਨਾਲ ਆ। ਫਿਰ ਵਾਈਫਾਈ ਵਾਲੀ ਗੱਲ ਆਈ, 1-2 ਵਾਰੀ ਅਰਵਿੰਦ ਕੇਜਰੀਵਾਲ ਵੀ ਅੰਦੋਲਨ ਵਾਲੀ ਥਾਂ 'ਤੇ ਗਿਆ, ਬਾਅਦ ਦੇ ਵਿੱਚ
ਸੰਜੇ ਸਿੰਘ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਤਾ, ਫਿਰ ਵਾਈਫਾਈ ਦੀਆਂ ਗੱਲਾਂ ਆਈਆਂ, ਪਰ ਹੁਣ ਤਾਂ ਪਾਣੀ ਨਹੀਂ ਮਿਲ ਰਿਹਾ ਕਿਸਾਨਾਂ ਨੂੰ। ਹੁਣ ਅਰਵਿੰਦ ਕੇਜਰੀਵਾਲ ਦਾ ਸਟੈਂਡ ਕੀ ਹੈ? ਅਸਲ ਜ਼ਰੂਰਤ ਤਾਂ ਹੁਣ ਹੈ, ਹੁਣ ਅਰਵਿੰਦ ਕੇਜਰੀਵਾਲ ਦਾ ਸਟੈਂਡ ਕੀ ਹੈ, ਮਨੀਸ਼ ਸਿਸੋਦੀਆ ਦਾ ਸਟੈਂਡ ਕੀ ਹੈ? ਕਿਸਾਨਾਂ ਕੋਲੇ ਪਾਣੀ ਨਹੀਂ ਆ ਰਿਹਾ, ਉਹ ਆਪਣੇ ਬੋਰ ਕਰਾ ਰਹੇ ਨੇ, ਗਰਮੀ ਬਹੁਤ ਜ਼ਿਆਦਾ ਹੈ, ਪੱਖੇ ਉਹਨਾਂ ਕੋਲੇ ਉਸ ਪੱਧਰ ਦੇ ਨਹੀਂ ਹੈ, ਉਨੀ ਸੰਖਿਆ 'ਚ ਨਹੀਂ ਹੈ, ਹਾਲਾਂਕਿ ਲੋਕ ਉਹਨਾਂ ਨੂੰ ਦੇ ਰਹੇ ਨੇ। ਸੋ ਜਿਹੜੀ ਆਮ ਆਦਮੀ ਪਾਰਟੀ ਮਹਾਪੰਚਾਇਤ ਕਰਨ ਜਾ ਰਹੀ ਹੈ 21 ਤਰੀਕ ਨੂੰ ਪੰਜਾਬ 'ਚ, ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕਿਸਾਨ ਮਹਾਪੰਚਾਇਤ ਕਰਨੀ ਹੈ, ਉਹ ਕਰੋ ਜੀ, ਸਦਕੇ ਕਰੋ, ਪਰ ਦਿੱਲੀ 'ਚ ਜਿਹੜੇ ਕਿਸਾਨ ਨੇ ਉਹਨਾਂ ਦਾ ਇਸ ਵਕਤ ਖਿਆਲ ਰੱਖਣ ਦੀ ਲੋੜ ਹੈ। ਆਮ ਆਦਮੀ ਪਾਰਟੀ ਉਚੇਚੇ ਤੌਰ ਦੇ ਉੱਤੇ ਉਸ ਪਾਸੇ ਹੋਰ ਪ੍ਰਬੰਧ ਕਰੇ, ਜੇ ਉਹ ਪ੍ਰਬੰਧ ਕਰ ਰਹੀ ਹੈ ਤੇ ਉਹ ਹੋਰ ਜਾਗਰੂਕ ਹੋ ਕੇ ਹੋਰ ਪ੍ਰਬੰਧ ਆਮ ਆਦਮੀ ਪਾਰਟੀ ਕਰੇ। ਪਰ ਕਿਸਾਨ ਅੰਦੋਲਨ ਗਗਨ ਜਿਹੜਾ ਹੈਗਾ, ਮੈਂ ਇਹ ਚਾਹੁੰਦਾ ਕਿ ਜਿਸ ਤਰ੍ਹਾਂ ਵੀ ਕਿਸਾਨ ਅੰਦੋਲਨ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਾ ਹੈ, ਹਲੇ ਵੀ ਵਕਤ ਹੈ ਕਿ ਕੇਂਦਰ ਦੀ ਸਰਕਾਰ ਔਰ ਕਿਸਾਨਾਂ ਦੇ ਵਿੱਚ ਗੱਲਬਾਤ ਹੋਵੇ, ਔਰ ਗੱਲਬਾਤ ਦੇ ਨਾਲ ਹੀ ਜਿਹੜੇ ਮਸਲੇ ਨੇ ਉਹ ਖਤਮ ਹੋਣੇ ਨੇ। ਔਰ ਜਿਵੇਂ ਤੁਸੀਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਗੱਲ ਕੀਤੀ, ਇਸੇ ਦਰਮਿਆਨ ਹੀ FCI ਦਾ ਇੱਕ ਵੱਡਾ ਐਲਾਨ ਆ ਗਿਆ। ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ, FCI ਨੇ ਪੰਜਾਬ ਸਰਕਾਰ ਨੂੰ, ਸੰਬੰਧਿਤ ਮਹਿਕਮੇ ਨੂੰ ਚਿੱਠੀ ਲਿਖੀ ਹੈ, ਫੂਡ ਐਂਡ ਸਿਵਲ ਸਪਲਾਈ ਔਰ ਜਿਹੜਾ ਡਿਸਟ੍ਰੀਬਿਊਸ਼ਨ ਦਾ ਮਹਿਕਮਾ, ਕਿ ਸਾਨੂੰ, ਸਰਕਾਰ ਨੂੰ, ਪੰਜਾਬ ਨੂੰ, ਕਿ ਸਾਨੂੰ ਲੈਂਡ ਰਿਕਾਰਡ ਦਿਓ ਕਿਸਾਨਾਂ ਦਾ। ਹੁਣ ਕਿਸਾਨਾਂ ਦਾ ਲੈਂਡ ਰਿਕਾਰਡ ਇਸ ਕਰਕੇ ਮੰਗਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਦੇ ਸਾਰੇ ਕਿਸਾਨਾਂ ਦੇ ਜਿਹੜੇ ਅੰਕੜੇ ਨੇ ਉਹ FCI ਕੋਲੇ ਚਲੇ ਜਾਣ। ਹੁਣ ਕੋਸ਼ਿਸ਼ ਕੀ ਕਰਨੀ ਹੈ FCI ਨੇ? ਹੁਣ FCI ਦੀ ਕੋਸ਼ਿਸ਼ ਹੋਣੀ ਹੈ ਕਿ ਇਹ ਸਾਰਾ ਲੈਂਡ ਰਿਕਾਰਡ ਸਾਡੇ ਕੋਲੇ ਆਵੇ, ਅਸੀਂ ਸਟੇਟ ਗਵਰਨਮੈਂਟ ਦੀ ਹੈਲਪ ਦੇ ਨਾਲ ਇਹਨੂੰ ਵੈਰੀਫਾਈ ਕਰੀਏ, ਔਰ ਉਸ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਜਿਹੜੀ ਕਣਕ ਤੇ ਝੋਨੇ ਦੀ ਅਦਾਇਗੀ ਹੈ ਆਉਂਦੇ ਸੀਜ਼ਨਾਂ ਦੇ ਵਿੱਚ, ਅਸੀਂ ਸਿੱਧੇ ਤੌਰ ਤੇ ਕਿਸਾਨਾਂ ਨੂੰ ਕਰੀਏ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਹੈ ਗਗਨ। ਪਹਿਲੇ ਸਮਿਆਂ ਦੇ ਵਿੱਚ ਅਜਿਹੀਆਂ ਚੀਜ਼ਾਂ ਕਿਸੇ ਨੇ ਨਹੀਂ ਸੋਚੀਆਂ ਸੀ। ਹੁਣ ਕਿਸਾਨਾਂ ਦੇ ਖਾਤੇ ਖੁੱਲ੍ਹ ਚੁੱਕੇ ਨੇ, ਕਿਸਾਨਾਂ ਨੂੰ ਸਰਕਾਰ ਡਾਇਰੈਕਟ ਪੈਸੇ ਵੀ ਖਾਤਿਆਂ 'ਚ ਭੇਜਦੀ ਹੈ, ਪਰ ਕਣਕ ਝੋਨੇ ਦੀ ਖਰੀਦ ਦਾ ਪੈਸਾ ਕਿਸਾਨਾਂ ਨੇ ਇੰਨੀ ਛੇਤੀ ਨਹੀਂ ਸੀ ਸੋਚਿਆ। ਮੇਰੀ ਨਜ਼ਰ 'ਚ ਚੰਗਾ ਫੈਸਲਾ ਹੈ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਭਾਰਤ ਸਰਕਾਰ ਦੇ ਹਦਾਇਤਾਂ ਤੋਂ ਬਾਅਦ ਕਣਕ ਤੇ ਝੋਨੇ ਦੀ ਖਰੀਦ ਤੋਂ ਬਾਅਦ ਜਾਂ ਹੋਰ ਸਰਕਾਰੀ ਫਸਲਾਂ ਦੀ MSP ਤੇ ਖਰੀਦ ਤੋਂ ਬਾਅਦ ਜਿਹੜਾ ਉਹ ਪੈਸਾ ਹੈ ਉਹ ਕਿਸਾਨਾਂ ਦੇ ਖਾਤਿਆਂ 'ਚ ਪਾਊਗੀ। ਹਾਂ, ਹੁਣ ਰੇੜਕਾ ਕੀ ਹੈ? ਕਿਸਾਨ ਅੰਦੋਲਨ 'ਚ ਆੜ੍ਹਤੀਆਂ ਨੇ ਕਿਸਾਨਾਂ ਦਾ ਸਮਰਥਨ ਕੀਤਾ। ਹੁਣ ਆੜ੍ਹਤੀਏ ਚਾਹ ਰਹੇ ਨੇ ਵੀ ਕਿਸਾਨ ਵੀ ਸਾਡਾ ਸਮਰਥਨ ਕਰਨ, ਪਰ ਮੈਨੂੰ ਇਹ ਲੱਗਦਾ ਹੈ ਕਿ ਆੜ੍ਹਤੀਆਂ ਨੂੰ ਬਹੁਤ ਧਿਆਨ ਦੇ ਨਾਲ ਇਸ ਯੋਜਨਾ ਬਾਰੇ, ਇਸ ਗੱਲ ਬਾਰੇ ਸੋਚਣਾ ਚਾਹੀਦਾ ਹੈ। ਸਰਕਾਰ ਉਹਨਾਂ ਦੀ ਅਗਰ ਕਮਿਸ਼ਨ ਦਿੰਦੀ ਹੈ, ਮੈਨੂੰ ਪਤਾ ਲੱਗਿਆ ਕਿ ਪਹਿਲਾਂ ਕੀ ਹੁੰਦਾ ਸੀ ਗਗਨ, ਕਿ ਸਰਕਾਰ ਪਹਿਲਾਂ ਕੀ ਹੁੰਦਾ ਸੀ ਕਿ ਆੜ੍ਹਤੀਏ ਸਰਕਾਰੀ ਏਜੰਸੀਆਂ ਦੀ ਮਦਦ ਕਰਦੇ ਸੀ ਕਿਸਾਨਾਂ ਦੀ ਫਸਲ ਵਿਕਵਾਉਣ ਦੇ ਲਈ, ਤੇ ਪੈਸੇ ਕਿਸਾਨਾਂ ਨੂੰ ਆੜ੍ਹਤੀਏ ਦਿੰਦੀ ਸੀ ਤੇ ਸਰਕਾਰ ਆੜ੍ਹਤੀਆਂ ਦੇ ਖਾਤਿਆਂ 'ਚ ਪੈਸੇ ਪਾਉਂਦੀ ਸੀ। ਹੁਣ ਸਰਕਾਰ ਆੜ੍ਹਤੀਆਂ ਦੀ ਬਜਾਏ, ਕਮਿਸ਼ਨ ਏਜੰਟਸ ਦੀ ਬਜਾਏ ਸਿੱਧਾ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਊਗੀ, ਪਰ ਕਮਿਸ਼ਨ ਹੈ ਜਿਹੜੀ ਉਹ ਆੜ੍ਹਤੀਆਂ ਦੇ ਖਾਤਿਆਂ 'ਚ ਅਲੱਗ ਤੋਂ ਜਾਊਗੀ। ਇਸ ਕਰਕੇ ਮੈਨੂੰ ਲੱਗਦਾ ਇਹਦੇ ਤੇ ਜ਼ਿਆਦਾ ਰੌਲਾ ਪੈਣਾ ਨਹੀਂ ਚਾਹੀਦਾ। ਪਰ ਫਿਰ ਵੀ ਪਤਾ ਲੱਗਿਆ ਕਿ 1 ਅਪ੍ਰੈਲ ਨੂੰ, ਤੁਸੀਂ ਦੱਸਿਆ 1 ਅਪ੍ਰੈਲ ਕੀ ਕਰ ਰਹੇ ਨੇ? 1 ਅਪ੍ਰੈਲ ਨੂੰ, 1 ਅਪ੍ਰੈਲ ਤੋਂ ਪ੍ਰਦਰਸ਼ਨ ਦਾ ਐਲਾਨ ਆੜ੍ਹਤੀਆਂ ਦੇ ਵੱਲੋਂ ਹੋਇਆ। ਹਾਂ, ਆੜ੍ਹਤੀ ਭਾਈਚਾਰੇ ਵੱਲੋਂ 1 ਅਪ੍ਰੈਲ ਤੋਂ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਉਹ ਨਾਖੁਸ਼ ਨੇ ਇਸ ਫੈਸਲੇ ਤੋਂ। ਚਲੋ, ਇਸ ਫੈਸਲੇ ਨੂੰ ਹੋਰ ਵਿਚਾਰਿਆ ਜਾਣਾ ਚਾਹੀਦਾ ਹੈ। ਬਾਕੀ ਦੇਖਦੇ ਹਾਂ ਕਿਸਾਨ ਇਸ ਬਾਰੇ ਕੀ ਕਹਿੰਦੇ ਨੇ। ਆੜ੍ਹਤੀਆਂ ਦੀ, ਹੋਰ ਕਮਿਸ਼ਨ ਏਜੰਟਸ ਦੀ ਰਾਏ ਵੀ ਇਹਦੇ ਤੇ ਆਏਗੀ। ਪਰ ਮੇਰਾ ਇਹ ਮੰਨਣਾ ਹੈ ਕਿ ਇਹਦਾ ਅਗਰ ਸਿੱਧਾ ਪੈਸਾ ਕਿਸਾਨਾਂ ਦੇ ਖਾਤਿਆਂ 'ਚ ਜਾਂਦਾ ਹੈ ਤੇ ਇਹ ਚੰਗੀ ਗੱਲ ਹੈ। ਕਮਿਸ਼ਨ ਏਜੰਟਸ ਨੂੰ ਉਦੋਂ ਦਿੱਕਤ ਹੋਣੀ ਚਾਹੀਦੀ ਹੈ ਅਗਰ ਉਹਨਾਂ ਦੀ ਕਮਿਸ਼ਨ ਮਰਦੀ ਹੈ ਜਾਂ ਉਹਨਾਂ ਦੀ ਕਮਿਸ਼ਨ 'ਚ ਰੁਕਾਵਟ ਹੈ। ਸਰਕਾਰ ਕਹਿ ਰਹੀ ਹੈ, FCI ਕਹਿ ਰਹੀ ਹੈ ਕਿ ਅਸੀਂ ਇਹਨਾਂ ਦੀ ਕਮਿਸ਼ਨ ਇਹਨਾਂ ਨੂੰ ਦੇਵਾਂਗੇ ਖਾਤਿਆਂ 'ਚ, ਤੇ ਫਿਰ ਮੈਨੂੰ ਲੱਗਦਾ ਇਹ ਮਸਲਾ ਨਿਬੜ ਜਾਣਾ ਚਾਹੀਦਾ। ਬਾਕੀ ਦੇਖਦੇ ਹਾਂ ਆਉਂਦੇ ਦਿਨਾਂ 'ਚ, ਹਜੇ ਮੈਨੂੰ ਵੀ ਪੂਰਾ ਫੈਸਲਾ ਨਹੀਂ ਪਤਾ ਕਿ ਹੋਰ ਕੀ ਇਸ ਫੈਸਲੇ ਦੀਆਂ ਮਦਾਂ ਨੇ, ਪਰ ਇਹ ਮੋਟੀ ਗੱਲ ਜਿਹੜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਪਤਾ ਲੱਗੀ ਹੈ। ਜਲਦ ਤੋਂ ਜਲਦ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਨੂੰ ਕਿ ਸਾਨੂੰ ਲੈਂਡ ਰਿਕਾਰਡ ਦਿਓ। ਸੂਬੇ ਦੀ ਸਰਕਾਰ ਲੈਂਡ ਰਿਕਾਰਡ ਵੈਰੀਫਾਈ ਕਰਾਉਂਦੀ ਹੈ, ਫਿਰ ਕਣਕ ਤੇ ਝੋਨਾ ਜਿੰਨਾ ਵੀ ਖਰੀਦਿਆ ਜਾਣਾ ਕਿਸੇ ਕਿਸਾਨ ਦਾ, ਉਹ ਪੈਸੇ ਸਿੱਧੇ ਕਿਸਾਨ ਦੇ ਖਾਤੇ 'ਚ ਆਉਣਗੇ। ਮੈਨੂੰ ਲੱਗਦਾ ਕਿ ਇਹ ਫੈਸਲਾ ਚੰਗਾ ਹੈ, ਇਹਦੇ ਨਾਲ ਕਿਸਾਨਾਂ ਦਾ ਫਾਇਦਾ ਹੋਊਗਾ। ਪਟੇਲਾ ਸਾਹਿਬ, ਜਿਸ ਤਰ੍ਹਾਂ ਇਸ ਤੋਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ, ਉਸ ਦੇ ਵਿੱਚੋਂ ਇੱਕ ਸਵਾਲ ਤੁਹਾਡੇ ਨਾਲ ਮੈਂ ਕਰਦਾ ਕਿ ਜਿਸ ਤਰ੍ਹਾਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਤਾਂ ਕਹਿ ਦਿੱਤਾ ਕਿ ਕਿਸਾਨ ਜਿਹੜੇ ਆੜ੍ਹਤੀ ਨੇ ਉਹਨਾਂ ਨੂੰ ਆਪਣੀ ਕਮਿਸ਼ਨ ਮਿਲ ਜੇਗੀ, ਪਰ ਜਿਸ ਹਿਸਾਬ ਨਾਲ ਕਿਸਾਨ ਤੇ ਆੜ੍ਹਤੀਆਂ ਦਾ ਜੋ ਲੈਣ ਦੇਣ ਚੱਲਦਾ, ਜਿਸ ਤਰ੍ਹਾਂ ਕਿਸਾਨ ਲੱਖਾਂ ਰੁਪਈਆ ਵਿਆਹ ਸ਼ਾਦੀਆਂ ਦੇ ਲਈ ਵੀ ਉੱਥੋਂ ਲੈ ਲੈਂਦੇ ਨੇ ਉਧਾਰ, ਕੋਈ ਬਿਮਾਰੀ ਠਮਾਰੀ ਹੋਵੇ ਤਾਂ ਵੀ ਆੜ੍ਹਤੀ ਉੱਤੇ ਲੈ ਲੈਂਦੇ ਆ, ਤੇ ਆੜ੍ਹਤੀ ਉਸ ਵਕਤ ਉਹ ਪੈਸੇ ਕੱਟਦੇ ਨੇ ਜਦੋਂ ਵਾਪਸ ਦਿੱਤੇ ਜਦੋਂ ਵੇਚੀ ਜਾਂਦੀ ਹੈ ਫਸਲ। ਪਰ ਜੇ ਮੌਜੂਦਾ ਹਾਲਾਤ ਸਿੱਧੇ ਪੈਸੇ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਆਉਂਦੇ ਨੇ ਤਾਂ ਇਸ ਦੇ ਨਾਲ ਆੜ੍ਹਤੀਆਂ ਦਾ ਉਹ ਨੁਕਸਾਨ ਵੀ ਹੈ ਕਿ ਜਿਹੜੀ ਰਾਸ਼ੀ ਉਹਨਾਂ ਨੇ ਅਦਾ ਕੀਤੀ ਹੈ ਕਿਸਾਨਾਂ ਨੂੰ, ਉਹ ਕਿਸ ਤਰ੍ਹਾਂ ਫਿਰ ਲੈਣਗੇ ਇਸ ਤਰ੍ਹਾਂ? ਦੇਖੋ, ਸਰਕਾਰ ਦੀ ਮਨਸ਼ਾ ਇਹ ਹੈ ਕਿ ਅਸੀਂ ਮਿਡਲਮੈਨ ਹਟਾ ਦਈਏ। ਮਿਡਲਮੈਨ ਨੂੰ ਹਟਾਉਣ ਦੀ ਬਜਾਏ ਉਹਨੂੰ ਸੰਗਠਿਤ ਕੀਤਾ ਜਾ ਸਕਦਾ ਹੈ। ਮੇਰੀ ਮਨਸ਼ਾ ਇਹ ਹੈ ਕਿ ਸਰਕਾਰ ਮਿਡਲਮੈਨ
ਦਾ ਮਤਲਬ ਜ਼ਰੂਰੀ ਨਹੀਂ ਕਿ ਜਿਹੜਾ ਮਿਡਲਮੈਨ ਹੈ ਉਹ ਹਰ ਵਾਰ ਗਲਤ ਹੈ। ਮਿਡਲਮੈਨ ਚੰਗਾ ਵੀ ਹੁੰਦਾ। ਮਿਡਲਮੈਨ ਦੀ ਮਦਦ ਦੇ ਨਾਲ ਬਹੁਤ ਸਾਰੇ ਕੰਮ ਦਰੁਸਤ ਹੁੰਦੇ ਨੇ, ਉਹਨਾਂ ਦੀ ਵਿਵਸਥਾ ਬਣਦੀ ਹੈ। ਔਰ ਆੜ੍ਹਤੀਆਂ ਤੇ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਆੜ੍ਹਤੀਆਂ ਦਾ ਵੀ ਔਰ ਕਿਸਾਨਾਂ ਦਾ ਵੀ, ਪੰਜਾਬ ਦੇ ਵਿੱਚ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨ ਦੇ ਲਈ, ਸੰਗਠਿਤ ਕਰਨ ਦੇ ਲਈ। ਜਿਹੜੀ ਤੁਹਾਡਾ ਸਵਾਲ ਹੈ ਉਹ ਸਵਾਲ ਦੀ ਵੀ ਇੱਕ ਬਹੁਤ ਅਹਿਮੀਅਤ ਵਾਲਾ ਸਵਾਲ ਹੈ। ਪਰ ਦੇਖੋ, ਜਦੋਂ ਸਵਰੂਪ ਬਦਲਦੇ ਨਾ, ਜਦੋਂ ਚੀਜ਼ਾਂ ਦਾ ਕੰਮ ਕਰਨ ਦਾ ਤਰੀਕਾ ਬਦਲਦਾ, ਢੰਗ ਤਰੀਕਾ ਬਦਲਦਾ। ਦੇਖੋ ਅੱਜ ਕੱਲ੍ਹ ਤਾਂ ਬੱਚੇ ਵੀ ਆਨਲਾਈਨ ਪੜ੍ਹਦੇ ਨੇ, ਅੱਜ ਕੱਲ੍ਹ ਬੁਕਿੰਗ ਹਸਪਤਾਲ ਦੀ ਵੀ ਆਨਲਾਈਨ ਹੋਣ ਲੱਗ ਗਈ, ਅੱਜ ਕੱਲ੍ਹ ਕਿਸਾਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਆਉਣ ਲੱਗ ਗਏ, ਅੱਜ ਕੱਲ੍ਹ ਤਨਖਾਹਾਂ ਸਿੱਧੀਆਂ ਖਾਤਿਆਂ 'ਚ ਆਉਣ ਲੱਗ ਗਈਆਂ ਮੁਲਾਜ਼ਮਾਂ ਦੀਆਂ, ਹੈ ਨਹੀਂ। ਸੋ ਅੱਜ ਕੱਲ੍ਹ ਸਾਡੀਆਂ ਤਨਖਾਹਾਂ ਵੀ ਦੇਖੋ ਵਿੱਚ ਵਿੱਚ ਖਾਤਿਆਂ 'ਚ ਹੀ ਆ ਜਾਂਦੀਆਂ ਸਿੱਧੀਆਂ। ਸੋ ਜਦੋਂ ਸਾਰਾ ਕੁਝ ਬਦਲ ਰਿਹਾ, ਜਦੋਂ ਦੂਸਰੀਆਂ ਯੋਜਨਾਵਾਂ 'ਚ ਦੇਖੋ, ਜਿਹੜੀ ਕੈਸ਼ਲੈਸ ਯੋਜਨਾ ਆ ਗਈ ਬੀਮੇ ਵਾਲੀ, ਅਗਰ ਕਿਸੇ ਨੂੰ ਕੋਈ ਦੁਰਘਟਨਾ 'ਚ ਸੱਟ ਲੱਗਦੀ ਹੈ ਤੇ ਉਹ ਕਾਰਡ ਦੇ ਦਿਓ ਹਸਪਤਾਲ 'ਚ ਤੇ ਪੈਸੇ ਖਾਤੇ 'ਚ ਆ ਜਾਂਦੇ ਆ। ਜਦੋਂ ਸਭ ਕੁਝ ਬਦਲ ਰਿਹਾ ਤੇ ਉਦੋਂ ਸਿਰਫ ਇਸ ਗੱਲ ਕਰਕੇ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਕਿ ਆੜ੍ਹਤੀਆਂ ਦਾ ਤੇ ਕਿਸਾਨਾਂ ਦਾ ਰਿਸ਼ਤਾ ਬੜਾ ਚੰਗਾ, ਉਹਦਾ ਰਿਸ਼ਤਾ ਹੁਣ ਵੀ ਚੰਗਾ ਰਹਿਣਾ। ਦੇਖੋ ਹੁਣ ਵੀ ਜਿਹੜੀ ਸਰਕਾਰੀ ਏਜੰਸੀਆਂ ਨੇ ਖਰੀਦ ਕਰਨੀ ਹੈ ਨਾ ਜੀ, ਉਹ ਆੜ੍ਹਤੀਆਂ ਦੇ ਜ਼ਰੀਏ ਕਿਸਾਨ ਕਰਾ ਸਕਦੇ ਨੇ। ਸਰਕਾਰੀ ਏਜੰਸੀ ਨੂੰ ਉਹ ਖਰੀਦ ਪ੍ਰਬੰਧ 'ਚ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ। ਬਾਕੀ ਸ਼ੁਰੂਆਤੀ ਤੌਰ ਤੇ ਮੈਨੂੰ ਲੱਗਦਾ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਜਦੋਂ ਕੋਈ ਹੋਰ ਲੂਪ ਹੋਲਸ ਹੋਣ, ਜਦੋਂ ਕੋਈ ਹੋਰ ਕਮੀਆਂ ਹੋਣ, ਹੋ ਸਕਦਾ ਉਸ ਤੋਂ ਬਾਅਦ ਮੇਰੀ ਰਾਏ ਬਦਲੇ। ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰਦਾ। ਅੱਜ ਦੇ ਸਮੇਂ ਜਿਹੜੇ ਤੱਥ ਕਹਿੰਦੇ ਨੇ, ਦੇਖੋ ਅਗਰ ਕਮਿਸ਼ਨ ਏਜੰਟ ਦੀ ਕਮਿਸ਼ਨ ਨਹੀਂ ਮਰਦੀ, ਔਰ ਉਹਦੇ ਨਾਲ ਵੀ ਦੇਖੋ ਕਿਸਾਨ ਤੇ ਆੜ੍ਹਤੀਏ ਦਾ ਰਿਸ਼ਤਾ ਖਰਾਬ ਕਿਉਂ ਨਹੀਂ ਹੋਣਾ ਗਗਨ? ਆੜ੍ਹਤੀਆ ਤੇ ਕਿਸਾਨ ਉਸੇ ਤਰ੍ਹਾਂ ਲੈਣ ਦੇਣ ਕਰ ਸਕਦਾ, ਕਿਉਂਕਿ ਕਿਸਾਨ ਨੇ ਜਦੋਂ ਫਸਲ ਸਰਕਾਰੀ ਏਜੰਸੀ ਨੂੰ ਵੇਚਣੀ ਹੈ, ਉਹਨੇ ਆੜ੍ਹਤੀਏ ਦੀ ਮਦਦ ਦੇ ਨਾਲ ਹੀ ਵੇਚਣੀ ਹੈ। ਹਾਲਾਂਕਿ ਜਿਹੜੇ ਨਵੇਂ ਕਾਨੂੰਨ ਨੇ, ਖੇਤੀ ਕਾਨੂੰਨ, ਉਹ ਕਹਿੰਦੇ ਫਸਲ ਜਿੱਥੇ ਮਰਜ਼ੀ ਵੇਚੋ, ਪਰ ਅਗਰ ਕਿਸਾਨ ਆੜ੍ਹਤੀਏ ਦੇ ਥਰੂ, ਆਪਣੀ ਆੜ੍ਹਤੀਏ ਦੇ ਜ਼ਰੀਏ ਆਪਣੀ ਫਸਲ ਵੇਚੂਗਾ ਤੇ ਆੜ੍ਹਤੀਏ ਨੂੰ ਤਾਂ ਫਿਰ ਕਮਿਸ਼ਨ ਮਿਲਣੀ ਹੀ ਮਿਲਣੀ ਹੈ। ਪਟੇਲ ਸਾਹਿਬ, ਸਵਾਲ ਉਹੀ ਆ ਗਿਆ ਨਾ ਕਿ ਜਿਸ ਤਰ੍ਹਾਂ ਖੇਤੀ ਕਾਨੂੰਨਾਂ ਦੇ ਜ਼ਰੀਏ ਆੜ੍ਹਤੀਆਂ ਨੂੰ ਵਿੱਚੋਂ ਕੱਢਣ ਦੀ ਕੋਸ਼ਿਸ਼ ਹੋਈ ਸੀ ਤੇ ਉਸੇ ਤਰ੍ਹਾਂ ਦੀ ਐਫਸੀਆਈ ਦੇ ਐਲਾਨ ਨੇ ਇਸ ਚੀਜ਼ ਨੂੰ ਲੈ ਕੇ ਜਿਹੜੇ ਆੜ੍ਹਤੀਏ ਨੇ ਉਹ ਪ੍ਰਦਰਸ਼ਨ ਕਰਨ ਦੀ ਗੱਲ ਕਰਦੇ। ਦੇਖੋ ਆੜ੍ਹਤੀਆਂ ਦਾ ਆਪਣਾ ਪੱਖ ਹੈ, ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਹਰ ਚੀਜ਼ ਦੇ ਚੰਗੇ ਪੱਖ ਵੀ ਹੁੰਦੇ ਨੇ, ਨਾ ਪੱਖ ਵੀ ਹੁੰਦੇ ਨੇ। ਦੇਖੋ ਬਹੁਤ ਵਾਰੀ ਇਹ ਵੀ ਹੁੰਦਾ, ਆਪਾਂ ਕਿੰਨੇ ਗਾਣੇ ਸੁਣੇ, ਫਿਲਮਾਂ ਦੇਖੀਆਂ, ਕਿੰਨੇ ਆੜ੍ਹਤੀਏ ਇਹੋ ਜਿਹੇ ਆਪਾਂ ਫਿਲਮਾਂ 'ਚ ਵੀ ਦੇਖੇ ਨੇ, ਸਮਾਜ 'ਚ ਵੀ ਆਪਾਂ ਸੁਣੇ ਨੇ, ਜਿਨ੍ਹਾਂ ਤੋਂ ਕਿਸਾਨ ਨਾਖੁਸ਼ ਨੇ। ਬਹੁਤੀ ਥਾਈਂ ਕਿਸਾਨ ਤੇ ਆੜ੍ਹਤੀਏ ਦਾ ਰਿਸ਼ਤਾ ਜਿਹੜਾ ਉਹ ਕੜੱਤਣ ਵਾਲਾ ਵੀ ਰਿਹਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਦੁਨੀਆ 'ਚ ਸਭ ਕੁਝ ਚੰਗਾ ਹੀ ਹੁੰਦਾ ਜਾਂ ਸਭ ਕੁਝ ਮਾੜਾ ਹੀ ਹੁੰਦਾ। ਇਹ ਜਿਹੜੇ ਨਵੇਂ ਫੈਸਲੇ ਨੇ ਐਫਸੀਆਈ ਦੇ, ਇਹਨਾਂ ਦੇ ਵਿੱਚ ਬਹੁਤ ਕੁਝ ਚੰਗਾ ਵੀ ਹੋ ਸਕਦਾ, ਬਹੁਤ ਕੁਝ ਨਾਪੱਖੀ ਵੀ ਹੋ ਸਕਦਾ। ਕੋਈ ਵੀ ਫੈਸਲਾ ਸਾਰਿਆਂ ਦੇ ਹੱਕ 'ਚ ਨਹੀਂ ਹੁੰਦਾ, ਸਾਰਿਆਂ ਦੇ ਖਿਲਾਫ ਨਹੀਂ ਹੁੰਦਾ। ਬਿਲਕੁਲ, ਹਾਂਜੀ ਗਗਨ ਜੀ, ਕੋਈ ਵੀ ਫੈਸਲਾ ਸਾਰਿਆਂ ਦੇ ਹੱਕ 'ਚ ਨਹੀਂ ਹੁੰਦਾ, ਸਾਰਿਆਂ ਦੇ ਖਿਲਾਫ ਵੀ ਨਹੀਂ ਹੁੰਦਾ। ਸੋ ਇਹ ਤਾਂ ਹੁਣ ਜਦੋਂ ਫੈਸਲੇ ਲਾਗੂ ਹੋਣਗੇ, ਹੁਣ ਆੜ੍ਹਤੀਏ ਆਪਣੀਆਂ ਗੱਲਾਂ ਦੱਸਣਗੇ ਵੀ ਸਾਨੂੰ ਕੀ ਦਿੱਕਤ ਹੈ ਇਹਦੇ ਤੋਂ। ਹੋ ਸਕਦਾ ਮੈਂ ਵੀ ਉਹਨਾਂ ਦੀ ਦਿੱਕਤ ਸਮਝਾਂ, ਔਰ ਹੋ ਸਕਦਾ ਉਹਨਾਂ ਦੀ ਦਿੱਕਤ ਬੜੀ ਜਾਇਜ਼ ਹੋਵੇ, ਫਿਰ ਮੈਂ ਵੀ ਕਹੂੰਗਾ ਕਿ ਸਰਕਾਰ ਉਹਨਾਂ ਦੀ ਆਹ ਦਿੱਕਤ ਖਤਮ ਕਰੇ। ਦੇਖੋ ਆਪਾਂ ਇਹ ਕਹਿ ਦਈਏ ਕਿ ਹਰ ਵਿਵਸਥਾ ਗਲਤ ਹੈ, ਹਰ ਕੋਈ ਚਾਹੁੰਦਾ ਹੈ ਕਿ ਮੈਨੂੰ ਪੈਸੇ ਮਿਲਣੇ ਚਾਹੀਦੇ, ਮੇਰੇ ਖਾਤੇ 'ਚ ਪਾ ਦਿਓ ਜੀ। ਹੁਣ ਕੰਪਨੀਆਂ ਵਾਲੇ ਨੇ, ਉਹ ਬਿੱਲ ਕੱਟਦੇ ਨੇ, ਚੈੱਕ ਖਾਤੇ 'ਚ ਆ ਜਾਂਦਾ, ਤਨਖਾਹਾਂ ਖਾਤੇ 'ਚ ਆਉਣ ਲੱਗ ਗਈਆਂ, ਹਰ ਚੀਜ਼ ਖਾਤਿਆਂ 'ਚ ਆ ਰਹੀ ਹੈ। ਕਿਸਾਨ ਦੇ ਖਾਤੇ 'ਚ ਸਿੱਧਾ ਪੈਸਾ ਕਿਉਂ ਨਾ ਜਾਵੇ ਜੀ? ਸੋ ਉੱਥੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਬਹਿ ਕੇ ਕੋਈ ਆਪਸੀ ਸਹਿਮਤੀ ਬਣਾਉਣੀ ਪੈਣੀ ਹੈ। ਕਿਸਾਨ ਸੰਗਠਨ ਤੇ ਆੜ੍ਹਤੀਏ ਬਹਿ ਕੇ ਆਪਸੀ ਸਹਿਮਤੀ ਬਣਾਉਣ ਤਾਂ ਕਿ ਇਸ ਸਮੱਸਿਆ ਦਾ ਹੱਲ ਨਿਕਲੇ, ਨਾ ਕਿ ਕੋਈ ਨਵੀਂ ਤਕਨੀਕ ਹੈ ਉਹਨੂੰ ਹੀ ਰੱਦ ਕਰ ਦਈਏ ਅਸੀਂ ਵੀ ਇਹ ਖਾਤਿਆਂ 'ਚ ਆਉਣੇ ਹੀ ਨਹੀਂ ਚਾਹੀਦੇ ਕਿਸਾਨਾਂ ਦੇ, ਮੈਂ ਇਹਦੇ ਹੱਕ 'ਚ ਨਹੀਂ ਹਾਂ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫੈਸਲੇ ਨੂੰ ਲੈ ਕੇ ਕਿਸਾਨ ਪੱਖ ਤੋਂ ਜਿਹੜੇ ਬਿਆਨ ਆਉਂਦੇ ਨੇ ਉਹ ਕੀ ਕਹਿੰਦੇ ਨੇ, ਕਿਉਂਕਿ ਆੜ੍ਹਤੀਆਂ ਨੇ ਆਪਣਾ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆੜ੍ਹਤੀਆਂ ਦੀ ਕੌਮੀ ਪੱਧਰ ਦੇ ਉੱਤੇ ਐਸੋਸੀਏਸ਼ਨਾਂ ਬਣੀਆਂ ਹੋਈਆਂ ਨੇ ਉਹ ਕਿਹੋ ਜਿਹਾ ਰੁਖ ਅਪਣਾਉਂਦੀਆਂ ਨੇ, ਉਸ ਦੇ ਵੱਲ ਵੀ ਨਿਗਾਹਾਂ ਰੱਖਾਂਗੇ। ਡੱਲਾ ਸਾਹਿਬ, ਉੱਧਰ ਜਿਹੜੀ ਮਹਾਮਾਰੀ ਤੇ ਕੇਸਾਂ ਦੀ ਗੱਲ ਕਰੀਏ, ਪੂਰੇ ਮੁਲਕ ਦੇ ਵਿੱਚ ਇਹ ਕੇਸ ਵੱਧਦੇ ਜਾ ਰਹੇ ਨੇ। ਇੱਕ ਵਾਰ ਫਿਰ ਤੋਂ ਜਿਹੜੀ ਦੂਜੀ ਵੇਗ ਤੁਰ ਪਈ ਆ। ਪੰਜਾਬ ਦੇ ਵਿੱਚ 2 ਥਾਵਾਂ ਦੇ ਉੱਤੇ ਫਿਰ ਤੋਂ ਜਿਹੜਾ ਨਾਈਟ ਕਰਫਿਊ ਦਾ ਐਲਾਨ ਹੋ ਚੁੱਕਿਆ ਹੈ। ਪੰਜਾਬ ਦੇ ਵਿੱਚ ਲੱਗ ਰਿਹਾ ਹੈ ਕਿ ਦੁਬਾਰਾ ਜਿਹੜੀ ਸਥਿਤੀ ਇੱਕ ਵਾਰ ਸੰਭਾਲਣ ਦੀ ਕੋਸ਼ਿਸ਼ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਹੋ ਰਹੀ, ਕਿਉਂਕਿ ਐਲਾਨ ਉਹਨਾਂ ਨੇ ਪਹਿਲਾਂ ਹੀ ਕਰਤਾ ਸੀ ਕਿ ਜਿੱਥੇ ਜ਼ਰੂਰਤ ਹੋਵੇ ਉਹ ਜ਼ਿਲ੍ਹੇ ਆਪਣੇ ਪੱਧਰ ਦੇ ਉੱਤੇ ਨਾਈਟ ਕਰਫਿਊ ਜਾਂ ਕਰਫਿਊ ਦਾ ਐਲਾਨ ਕਰ ਸਕਦੇ। ਦੇਖੋ ਡੀਸੀ ਡਿਪਟੀ ਕਮਿਸ਼ਨਰ ਨੂੰ ਇਹ ਅਧਿਕਾਰ ਦਿੱਤੇ ਹੋਏ ਸੀ, ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਮਹਾਮਾਰੀ ਹੈ ਕਾਫੀ ਜ਼ਿਆਦਾ ਵੱਡੇ ਪੱਧਰ 'ਤੇ ਨੁਕਸਾਨ ਮੁਲਕ ਦਾ ਕੀਤਾ ਹੈ। ਰਾਤ ਦਾ ਕਰਫਿਊ ਨਵਾਂ ਸ਼ਹਿਰ ਤੇ ਜਲੰਧਰ ਦਾ ਤਾਂ ਮੈਨੂੰ ਪਤਾ ਲੱਗ ਗਿਆ ਕਿ ਦੋਵਾਂ ਥਾਵਾਂ ਤੇ ਤਾਂ ਕੱਲ ਰਾਤ ਤੋਂ ਲੱਗ ਗਿਆ, ਅਨਾਉਂਸਮੈਂਟ ਹੋ ਗਈ। ਬਾਕੀ ਕੇਂਦਰ ਨੇ ਪੰਜਾਬ 'ਚ ਬਹੁਤ ਸਾਰੀਆਂ ਉੱਚ ਪੱਧਰੀ ਟੀਮਾਂ ਭੇਜੀਆਂ ਨੇ। ਕਈ ਸੂਬੇ ਨੇ ਜਿੱਥੇ ਹੁਣ ਦੁਬਾਰਾ ਤੇਜ਼ੀ ਨਾਲ ਇਹ ਨਵੀਂ ਲਹਿਰ ਹੈ ਜਿਹੜੀ ਕਹਿੰਦੇ ਇਹਦੀ ਆ ਰਹੀ ਹੈ। ਇਹ ਸੂਬੇ ਨੇ ਹਰਿਆਣਾ,
गुजरात 'ਚ ਵੀ ਦੇਖੋ ਪ੍ਰਧਾਨ ਮੰਤਰੀ ਸਾਹਿਬ ਦਾ ਇਹ ਤਾਂ ਸੂਬਾ ਹੈ, ਗੁਜਰਾਤ ਹੈ, ਹਰਿਆਣਾ ਹੈ, ਮੱਧ ਪ੍ਰਦੇਸ਼ ਵੀ ਹੈ, ਪੰਜਾਬ ਹੈ, ਮਹਾਰਾਸ਼ਟਰ ਹੈ। ਮਹਾਰਾਸ਼ਟਰ, ਪੰਜਾਬ, ਹਰਿਆਣਾ, ਗੁਜਰਾਤ ਅਤੇ ਮੱਧ ਪ੍ਰਦੇਸ਼ ਤੇ ਦਿੱਲੀ 'ਚ ਵੀ ਬੜੀ ਤੇਜ਼ੀ ਨਾਲ ਕੇਸ ਆ ਰਹੇ ਨੇ। ਸੋ ਲੋਕਾਂ ਨੂੰ ਹਜੇ ਵੀ ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ ਔਰ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ। ਨਵੀਆਂ ਮਾਹਰਾਂ ਦੀਆਂ ਟੀਮਾਂ ਭੇਜੀਆਂ ਗਈਆਂ ਨੇ ਤਾਂ ਕਿ ਉਹ ਸਰਕਾਰ ਨੂੰ ਦੱਸਣ ਕਿ ਇਹਨਾਂ ਹਾਲਾਤਾਂ 'ਚ ਕਿਵੇਂ ਅਸੀਂ ਨਿਬੜਨਾ ਹੈ, ਕਿਵੇਂ ਦੁਬਾਰਾ ਸੈਂਪਲ ਹੋਣ, ਟੈਸਟਿੰਗ ਹੋਣ ਔਰ ਜਿਹੜੇ ਲੋਕ ਸੜਕਾਂ ਤੇ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਉਹ ਸਾਰੇ ਉਹਨਾਂ ਸਾਰੀਆਂ ਸਾਵਧਾਨੀਆਂ ਨੂੰ ਦੁਬਾਰਾ ਮੰਨਣ। ਉਹਦੇ ਨਾਲ ਹੀ ਜਿਹੜੀ ਇਹ ਸਥਿਤੀ ਹੈ ਇਹ ਦੁਬਾਰਾ ਕੰਟਰੋਲ ਦੇ ਵਿੱਚ ਆਏਗੀ। ਔਰ ਨਾਈਟ ਕਰਫਿਊ ਮੈਨੂੰ ਲੱਗਦਾ ਹੈ ਹੋਰ ਕੋਈ ਹੱਲ ਨਹੀਂ ਸੀ ਗਗਨ ਇਸ ਵਕਤ। ਸੋ ਇਸ ਕਰਕੇ ਵੀ ਜਿਹੜਾ ਨਾਈਟ ਕਰਫਿਊ ਹੈ ਉਹ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਜੀ ਬਿਲਕੁਲ। ਸੋ ਪੂਰੇ ਪੰਜਾਬ ਦੇ ਵਿੱਚ ਸਭ ਨੂੰ ਚਾਹੀਦਾ ਹੈ, ਖਾਸ ਤੌਰ 'ਤੇ ਪੂਰੇ ਮੁਲਕ ਦੇ ਵਿੱਚ ਹੀ ਚਾਹੀਦਾ ਹੈ, ਕਿਉਂਕਿ ਜਿਸ ਤਰ੍ਹਾਂ ਬਾਕੀ ਮੁਲਕਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਕਰਫਿਊ ਦਾ ਐਲਾਨ ਹੋ ਚੁੱਕਿਆ ਤੇ ਜੇਕਰ ਅਸੀਂ ਆਪਣੇ ਦੇਸ਼ ਦੇ ਵਿੱਚ ਅਰਥ ਵਿਵਸਥਾ ਨੂੰ ਸਹੀ ਜਿਸ ਤਰ੍ਹਾਂ ਹੁਣ ਦੁਬਾਰਾ ਤੁਰੀ ਅਰਥ ਵਿਵਸਥਾ ਨੂੰ ਉਸੇ ਤਰ੍ਹਾਂ ਰੱਖਣਾ ਹੈ ਤਾਂ ਜ਼ਰੂਰਤ ਹੈ ਕਿ ਅਸੀਂ ਸੋਸ਼ਲ ਡਿਸਟੈਂਸਿੰਗ, ਮਾਸਕ ਅਤੇ ਸੈਨੀਟਾਈਜ਼ਰ ਦਾ ਜਿਹੜਾ ਜ਼ਰੂਰਤ ਅਨੁਸਾਰ ਜ਼ਰੂਰ ਜਿਹੜੀ ਵਰਤੋਂ ਕਰੀਏ ਤਾਂ ਜੋ ਆਲੇ ਦੁਆਲੇ ਦਾ ਤੇ ਆਪਣਾ ਅਸੀਂ ਖਿਆਲ ਆਪ ਰੱਖ ਸਕੀਏ। ਤੇ ਡਾਲਾ ਸਾਹਿਬ ਜਾਂਦੇ ਜਾਂਦੇ ਸਾਧਵੀ ਪ੍ਰਗਿਆ ਠਾਕੁਰ ਦੀ ਜ਼ਰੂਰ ਗੱਲ ਕਰਾਂਗੇ। ਸਾਧਵੀ ਪ੍ਰਗਿਆ ਠਾਕੁਰ ਬੜੀ ਚਰਚਾਵਾਂ ਦੇ ਵਿੱਚ ਬੀਤੇ ਦਿਨ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਰਹੇ ਨੇ ਤੇ ਹੁਣ ਪ੍ਰਗਿਆ ਠਾਕੁਰ ਦੀ ਤਬੀਅਤ ਕਹਿੰਦੇ ਬਹੁਤ ਖਰਾਬ ਚੱਲ ਰਹੀ ਹੈ, ਉਸ ਦੇ ਬਾਰੇ ਜ਼ਰੂਰ ਟਿੱਪਣੀ ਕਰਦੇ ਹੋ। ਬਿਲਕੁਲ, ਮੈਂ ਦੋ ਗੱਲਾਂ ਕਰੂੰਗਾ। ਇੱਕ ਤਾਂ ਮੈਂ ਕਿਸਾਨਾਂ ਦੀ ਗੱਲ ਕਰਦਾ। 11 ਹੋਰ ਕਿਸਾਨ ਨੇ ਜਿਹੜੇ ਤਿਹਾੜ ਜੇਲ੍ਹ 'ਚੋਂ ਰਿਹਾ ਹੋ ਕੇ ਮੋਗਾ ਪਹੁੰਚ ਗਏ। ਸੋ ਉਹਨਾਂ ਦਾ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰਧਾਨ, ਮੇਰੇ ਖਿਆਲ ਜ਼ਿਲ੍ਹਾ ਆਗੂ ਨੇ, ਪ੍ਰਧਾਨ ਨਹੀਂ ਮਾफ़ ਕਰਨਾ, ਜ਼ਿਲ੍ਹਾ ਆਗੂ ਨੇ ਬਰਜਿੰਦਰ ਸਿੰਘ, ਉਹਨਾਂ ਵੱਲੋਂ ਵੀ ਸਵਾਗਤ ਕੀਤਾ ਗਿਆ ਔਰ 11 ਕਿਸਾਨ ਉੱਥੇ ਵਾਪਸ ਮੁੜੇ ਨੇ। ਵੱਡੀ ਗਿਣਤੀ 'ਚ ਕਿਸਾਨ ਨੇ ਜਿਹੜੇ ਵਾਪਸ ਮੁੜੇ ਨੇ ਔਰ ਮਨਜਿੰਦਰ ਸਿੰਘ ਸਿਰਸਾ ਦਾ ਧੰਨਵਾਦ ਕਰਦੇ ਨੇ ਕਿਸਾਨ ਵੀ ਔਰ ਬਹੁਤ ਸਾਰੀਆਂ ਅਕਾਲੀ ਦਲ ਵੱਲੋਂ ਵੀ ਧੰਨਵਾਦ ਕੀਤਾ ਜਾਂਦਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਕਾਫੀ ਯਤਨ ਕੀਤੇ ਕਿਸਾਨਾਂ ਨੂੰ ਕਾਨੂੰਨੀ ਮਦਦ ਮੁਹੱਈਆ ਕਰਾਉਣ ਦੇ ਲਈ। ਸੋ ਇੱਕ ਤੋਂ ਬਾਅਦ ਇੱਕ ਕਿਸਾਨਾਂ ਦੀਆਂ ਜ਼ਮਾਨਤਾਂ ਵੀ ਹੋ ਰਹੀਆਂ ਨੇ ਤੇ ਉਹ ਵਾਪਸ ਵੀ ਪਹੁੰਚ ਰਹੇ ਨੇ। ਹੁਣ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ, ਸੰਸਦ ਹੈ ਬੀਬੀ ਸਾਧਵੀ ਪ੍ਰਗਿਆ, ਕਈ ਵਾਰੀ ਬੀਬੀ ਸਾਧਵੀ ਪ੍ਰਗਿਆ ਦੇ ਬਿਆਨ ਵੀ ਬੜੇ ਪੁੱਠੇ ਜਿਹੇ ਰਹੇ ਨੇ। ਸੋ ਪਰ ਚਲੋ ਸਿਆਸੀ ਲੋਕ ਨੇ ਇਹ ਔਰ ਇੱਕ ਬੜੇ ਗੰਭੀਰ ਜਿਹੇ ਮਾਮਲੇ ਦੇ ਵਿੱਚ ਬੀਬੀ ਪ੍ਰਗਿਆ ਨੇ ਲੰਮਾ ਸਮਾਂ ਜੇਲ੍ਹ ਵੀ ਕੱਟੀ ਹੈ। ਹੁਣ ਇਹਨਾਂ ਨੂੰ ਜਹਾਜ਼ ਰਾਹੀਂ ਮੁੰਬਈ ਲੈ ਕੇ ਜਾਇਆ ਗਿਆ ਪ੍ਰਗਿਆ ਠਾਕੁਰ ਨੂੰ ਔਰ ਉਹਨਾਂ ਨੂੰ ਉੱਥੋਂ ਦਾ ਕੋਕਿਲਾਬੇਨ ਹਸਪਤਾਲ ਹੈ ਮੁੰਬਈ ਦੇ ਵਿੱਚ, ਉਹਦੇ ਵਿੱਚ ਭਰਤੀ ਕਰਾਇਆ ਜਾਣਾ ਹੈ, ਇਲਾਜ ਦੇ ਵਿੱਚ ਕਰਾ ਦਿੱਤਾ ਹੋਵੇਗਾ ਰਾਤ ਤੱਕ, ਕਿਉਂਕਿ ਰਾਤ ਤੱਕ ਦੀ ਮੇਰੇ ਕੋਲ ਇਹ ਜਾਣਕਾਰੀ ਸੀਗੀ। ਔਰ ਇਹਨਾਂ ਦੀ ਸਿਹਤ ਬੜੀ ਖਰਾਬ ਹੈ। ਇਹਨਾਂ ਨੂੰ ਹੁਣ ਦਿੱਲੀ ਦੇ ਏਮਸ 'ਚ ਪਹਿਲਾਂ ਭਰਤੀ ਕਰਾਇਆ ਗਿਆ ਸੀ। ਇਹ ਬੀਬੀ ਨੂੰ ਸਾਹ ਲੈਣ 'ਚ ਬੜੀ ਦਿੱਕਤ ਆ ਰਹੀ ਹੈ। ਸੋ ਹੁਣ ਮਹਾਰਾਸ਼ਟਰ ਦੇ ਮੁੰਬਈ ਦੇ ਹਸਪਤਾਲ 'ਚ ਇਹਨਾਂ ਨੂੰ ਭਰਤੀ ਕਰਾਇਆ ਗਿਆ। ਸੋ ਅਸੀਂ ਤਾਂ ਅਰਦਾਸ ਕਰਾਂਗੇ ਵੀ ਜਲਦੀ ਤੋਂ ਜਲਦੀ ਸਿਹਤਯਾਬ ਹੋਣ ਔਰ ਬਾਕੀ ਇਹਨਾਂ ਦਾ ਪਿਛੋਕੜ ਵਿਵਾਦਿਤ ਰਿਹਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਇਹ ਤਾਂ ਦੁਨੀਆ ਜਾਣਦੀ ਹੈ। ਔਰ ਕਈ ਵਾਰੀ ਇਸ ਤਰੀਕੇ ਦੇ ਬਿਆਨ ਇਹਨਾਂ ਨੇ ਦਿੱਤੇ ਨੇ ਜਿਹੜੇ ਆਮ ਤੌਰ 'ਤੇ ਜ਼ਿਆਦਾ ਸਾਡੇ ਸਮਾਜ 'ਚ ਲੋਕ ਪਸੰਦ ਨਹੀਂ ਕਰਦੇ, ਪਰ ਉਹਨਾਂ ਦੀ ਆਪਣੀ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਦਾ ਆਪਣਾ ਅਧਿਕਾਰ ਹੈ ਬੋਲਣ ਦਾ। ਸੋ ਉਹਨਾਂ ਨੇ ਆਪਣੀ ਗੱਲ ਕਹੀ ਹੈ, ਪਰ ਇਸ ਵਕਤ ਉਹ ਹਸਪਤਾਲ 'ਚ ਨੇ ਤੇ ਆਪਾਂ ਬਤੌਰ ਭਾਰਤੀ ਨਾਗਰਿਕ ਇਹ ਅਰਦਾਸ ਕਰਾਂਗੇ ਵੀ ਜਲਦ ਤੋਂ ਜਲਦ ਉਹ ਸਿਹਤਯਾਬ ਹੋ ਜਾਣ, ਠੀਕ ਹੋ ਜਾਣ। ਦੇਖੋ, ਇਹ ਅੰਦੋਲਨ ਜਨ ਅੰਦੋਲਨ ਬਣ ਗਿਆ। ਇਹਦੇ ਵਿੱਚ ਸਮਾਜ ਦਾ ਹਰ ਵਰਗ ਹੈ, ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਜੇ ਕਾਨੂੰਨ ਰਹੇ ਤਾਂ ਸਮਾਜ ਦਾ ਕੋਈ ਵੀ ਵਰਗ ਬਚੇਗਾ ਨਹੀਂ। ਜੇ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੀਆਂ ਅਮੈਂਡਮੈਂਟਸ ਨੂੰ ਦੇਖ ਲਈਏ ਤਾਂ ਕੋਈ ਵੀ ਦੇਸ਼ ਦਾ ਵਰਗ ਜਿਹੜਾ ਗਰੀਬ ਆਦਮੀ ਹੈ ਤੇ ਉਹਦੀ ਪੀਡੀਐਸ ਬੰਦ ਹੋ ਜਾਏਗਾ, ਉਹਦੀ ਪਹੁੰਚ ਤੋਂ ਬਾਹਰ ਹੋ ਜਾਏਗਾ ਅਨਾਜ ਖਾਣਾ। ਇਹ ਰੋਟੀ ਤਿਜੋਰੀ 'ਚ ਬੰਦ ਕਰਨ ਦੀ ਖੇਡ ਹੈ ਸਰਕਾਰ ਦੀ, ਜਿਹੜੀ ਅਸੀਂ ਬੰਦ ਨਹੀਂ ਕਰਨ ਦੇਵਾਂਗੇ। ਸਰਕਾਰ ਦੀ ਮਰਜ਼ੀ ਹੈ, ਕਿਸੇ ਵੀ ਵੇਲੇ ਅਸੀਂ ਤਾਂ ਤਿਆਰ ਹਾਂ, ਹਰ ਵੇਲੇ ਸਾਡੇ दरवाजे खुले। 23 मार्च को बड़ा लगा हुआ है, उससे पहले हमें 15 मार्च को बड़ा देशव्यापी मजदूरों और किसान मिलकर कॉरपोरेटाइजेशन और प्राइवेटाइजेशन के विरोध में पूरे देश में जो रेलवे स्टेशन है वहाँ एकत्र होंगे और कॉरपोरेटाइजेशन और प्राइवेटाइजेशन के विरोध में बड़ी बड़ी रैलीज करेंगे, प्रोटेस्ट करेंगे 13 को। और ऐसे ही 5 तारीख से कल से हमारा शुरू हो गया साउथ में एमएसपी की गारंटी करो, एमएसपी दिलाओ। उसके लिए मंडियों के बाहर लोग जाएंगे, अपनी फसल लेके जाएंगे और वहाँ अगर उसको एमएसपी नहीं मिलेगा तो प्रोटेस्ट करेंगे। पूरे साउथ में, साउदर्न स्टेट्स में इसमें आ रहे हैं आपके साथ? गए हुए हैं ऑलरेडी। कर्नाटक में योगेंद्र यादव जी गए हुए हैं, तो वहाँ के लोग जो हैं वो कर रहे हैं साउदर्न स्टेट्स में। ये निकला कि यहाँ से शुरू हुई और उत्तराखंड को होती हुई
पीलीभीत उत्तर प्रदेश के बहुत से ज़िले इसमें रहेंगे और इसमें कई बड़ी बड़ी मीटिंगें भी इसमें होंगी रास्ते में। और ये 27 तारीख को ये गाजीपुर पहुंचेगी। अच्छा, इस उद्देश्य क्या है इस करार? अरे उद्देश्य तो ये है कि एक तो पता चल जाएगा प्रशासन का वो छेड़खानी कर रहा, कुछ नहीं कर रहा, उसका पता चलेगा। जैसे यहाँ पे है घर घर जाकर ट्रैक्टर रोक के इन्होंने कर दो, पंचायत तो भाई सभी के रख रहे। मैं हमेशा राजेवाल साहब ਨੂੰ ਸਤਿਕਾਰਯੋਗ ਕਿਹਾ, ਬਜ਼ੁਰਗ ਕਿਹਾ। ਹੁਣ ਜਿਹੜੀਆਂ ਉਹਨਾਂ ਨੇ 2-3 ਗੱਲਾਂ ਕੀਤੀਆਂ, ਮੇਰਾ ਫਰਜ਼ ਬਣਦਾ ਤੁਸੀਂ ਆ ਗਏ ਹੋ ਜਵਾਬ ਦੇਣ ਦਾ। ਉਹਨਾਂ ਨੇ ਪਹਿਲੀ ਗੱਲ ਕਹੀ ਵੀ ਅਸੀਂ ਕੇਪੀ ਸਾਹਿਬ ਦੇ ਨਾਲ ਪਕੌੜੇ ਖਾਦੇ ਆ, ਤੇ ਫਿਰ ਇਹ 'ਚ ਮੈਂ ਵੀ ਇਹੀ ਕਿਹਾ ਪਕੌੜੇ ਖਾਦੇ ਆ, ਤੇ ਫਿਰ ਇਹ 'ਚ ਕੀ ਗੱਲ ਹੋ ਗਈ? ਮੈਂ ਤਾਂ ਇਹ ਦੱਸਣਾ ਚਾਹੁੰਦਾ ਸੀ ਸਿਰਫ ਵੀ ਆਪਾਂ ਪੰਜਾਬੀ ਹਾਂ, ਆਪਾਂ ਇੱਕ ਦੂਜੇ ਨਾਲ ਰੋਜ਼ ਮਿਲਦੇ ਹਾਂ, ਰੋਜ਼ ਬਹਿਨੇ ਹਾਂ, ਵੀ ਸਟੇਜ ਤੇ ਜਾ ਕੇ ਵੀ ਆਪਾਂ ਨੂੰ ਫਿਰ ਪਕੌੜੇ ਖਾਣ ਵਾਲੀ ਗੱਲ ਤੋਂ ਮੁੱਕਰਨਾ ਨਹੀਂ ਚਾਹੀਦਾ। ਸਟੇਜ ਤੇ ਆਪਾਂ ਇੱਕ ਦੂਜੇ ਨੂੰ ਕਿਉਂ। ਦੂਜੀ ਗੱਲ ਉਹਨਾਂ ਨੇ ਭੋਗ ਤੇ ਕਹੀ, ਬਹੁਤ ਸਤਿਕਾਰਯੋਗ, ਮੈਂ ਜਿਨ੍ਹਾਂ ਦੇ ਮਾਤਾ ਜੀ ਦਾ ਭੋਗ ਸੀ, ਕਿਉਂਕਿ ਉਹ ਵੀ ਜਿਹੜੇ 40 ਲੀਡਰ ਮਿਲਣ ਜਾਂਦੇ ਆ ਇਹਨਾਂ ਨੂੰ ਮੰਤਰੀਆਂ ਨੂੰ, ਉਹਦੇ ਵਿੱਚ ਉਹ ਵੀ ਜਾਂਦੇ ਆ, ਸਤਿਕਾਰਯੋਗ ਨੇ। ਉਹਨਾਂ ਦੇ ਮਦਰ ਦਾ ਭੋਗ ਸੀ, ਸਾਨੂੰ ਵੀ ਓਨਾ ਹੀ ਅਫਸੋਸ ਆ। ਬਿਲਕੁਲ। ਸੋ ਹੁਣ ਅੱਗੇ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਜਿਹੜੀ ਪੰਜਾਬ ਦੀ ਸਿਆਸਤ ਹੈ, ਖਾਸ ਤੌਰ ਤੇ FCI ਦੇ ਫੈਸਲਿਆਂ ਦੇ ਉੱਤੇ ਵੀ ਸਿਆਸਤ ਸ਼ੁਰੂ ਹੋਵੇਗੀ। ਇਸ ਨੂੰ ਲੈ ਕੇ ਸਿਆਸੀ ਤਰ੍ਹਾਂ ਹੁਣ ਖਾਸ ਤੌਰ ਤੇ ਉੱਤੇ ਭਾਜਪਾ ਸਰਕਾਰ ਨੂੰ ਘੇਰਨ ਦੀ ਕੜੀ ਦੇ ਵਿੱਚ ਵੀ ਜੁੜਨਗੀਆਂ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਫੈਸਲਿਆਂ ਨੂੰ ਲੈ ਕੇ ਕਿਸਾਨ ਕੀ ਕਹਿੰਦੇ ਨੇ। 9 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਵੀ ਵੱਡਾ ਐਲਾਨ ਹੋਣਾ ਹੈ। ਬੀਤੀ ਸ਼ਾਮ ਕਿਸਾਨਾਂ ਦੀ ਬਹੁਤ ਵੱਡੀ ਬੈਠਕ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੀ। ਉਸ ਬੈਠਕ ਤੋਂ ਬਾਅਦ ਹੁਣ 9 ਤਰੀਕ ਨੂੰ ਵੱਡੇ ਫੈਸਲਿਆਂ ਦਾ ਐਲਾਨ, ਵੱਡੇ ਐਕਸ਼ਨ ਦਾ ਐਲਾਨ ਕਿਸਾਨਾਂ ਦੇ ਵੱਲੋਂ ਕਰਨ ਦੀ ਗੱਲ ਆਖੀ ਗਈ ਹੈ। ਕੀ ਉਹ ਐਲਾਨ ਹੁੰਦੇ ਨੇ, ਕਿ ਕੁਝ ਵੱਡਾ ਨਵਾਂ ਕਿਸਾਨ ਕਰਦੇ ਨੇ, ਤੇ ਖਾਸ ਤੌਰ ਤੇ ਉੱਤੇ ਮੀਟਿੰਗਾਂ ਦਾ ਦੌਰ ਕਦੋਂ ਸ਼ੁਰੂ ਹੁੰਦਾ ਹੈ, ਇਸ ਦੇ ਉੱਤੇ ਨਿਗਾਹਾਂ ਜ਼ਰੂਰ ਬਣਾ ਕੇ ਰੱਖਾਂਗੇ। ਸੋ ਇਸੇ ਆਸ ਉਮੀਦ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਕਿ ਜਲਦ ਕਿਸਾਨ ਅੰਦੋਲਨ ਸਮਾਪਤ ਹੋਵੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਸੋ ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।